ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦਾ ਕੋਚ ਜੁਗਰਾਜ ਸਿੰਘ ਆਪ ਜੀ ਦੇ ਸਾਹਮਣੇ ਗੱਤਕੇ ਦੀਆਂ ਕਲਾਸਾਂ ਲੈ ਕੇ ਰੂਬਰੂ ਹੋਇਆ। ਸਭ ਤੋਂ ਪਹਿਲਾਂ ਆਪਾਂ ਗੱਤਕੇ ਦੇ ਇਤਿਹਾਸ ਦੇ ਉੱਪਰ ਚਾਨਣਾ ਪਾਉਂਦੇ ਹਾਂ। ਗੱਤਕਾ ਖੇਡ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸ਼ੁਰੂ ਕੀਤੀ ਗਈ। ਗੱਤਕਾ ਇੱਕ ਸੁੱਟ ਦੀ ਲੜਾਈ ਨੂੰ ਮੰਨਿਆ ਜਾਂਦਾ ਹੈ। ਪੁਰਾਤਨ ਸਮੇਂ ਦੇ ਵਿੱਚ ਜਦੋਂ ਸਿੱਖਾਂ ਨੂੰ ਸ਼ਸਤਰਾਂ ਦੀ ਲੋੜ ਸੀ ਤਾਂ ਸੁੱਟ ਦੀ ਲੜਾਈ ਨੂੰ ਗੱਤਕੇ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ। ਗੁਰੂ ਸਾਹਿਬ ਵੱਲੋਂ ਅਖਾੜੇ ਸ਼ੁਰੂ ਕੀਤੇ ਗਏ ਅਤੇ ਸਿੱਖਾਂ ਨੂੰ ਵਧੀਆ ਤੋਂ ਵਧੀਆ ਸ਼ਸਤਰ ਰੱਖਣ ਲਈ ਪ੍ਰੇਰਿਆ। ਭਾਈ ਕਾਹਨ ਸਿੰਘ ਨਾਭਾ ਜੀ ਦੇ ਅਨੁਸਾਰ ਗੱਤਕਾ ਸ਼ਬਦ ਖੁੱਤਕਾ ਸ਼ਬਦ ਤੋਂ ਬਣਿਆ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੁੱਟ ਦੀ ਲੜਾਈ ਨੂੰ ਤਲਵਾਰ ਦੀ ਲੜਾਈ ਦੇ ਵਿੱਚ ਤਬਦੀਲ ਕੀਤਾ ਗਿਆ। ਜੋ ਵਾਰ ਸੋਟੀ ਦੇ ਵਿੱਚ ਵਰਤੇ ਜਾਂਦੇ ਹਨ ਉਹੀ ਵਾਰ ਤਲਵਾਰ ਵਿੱਚ ਵਰਤੇ ਜਾਂਦੇ ਹਨ। ਗੱਤਕੇ ਨੂੰ ਬੁਲੰਦੇ ਤੱਕ ਪਹੁੰਚਾਉਣ ਦੇ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਸਰਦਾਰ ਹਰਜੀਤ ਸਿੰਘ ਜੀ ਗਰੇਵਾਲ ਦੁਆਰਾ ਸ਼ੁਰੂ ਕੀਤਾ ਗਿਆ। ਜਦੋਂ ਵੀ ਸਾਡੇ ਪੰਜਾਬ ਅਤੇ ਇੰਡੀਆ ਦੇ ਵਿੱਚ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਤੁਸੀਂ ਦਾਖਲਾ ਲੈਣ ਜਾਂਦੇ ਹੋ ਤਾਂ 3 ਸੀਟਾਂ ਸਪੋਰਟਸ ਕੋਟੇ ਦੀਆਂ ਰਿਜ਼ਰਵ ਹੁੰਦੀਆਂ ਹਨ ਤੇ ਜਿਸ ਵਿੱਚ ਗੱਤਕਾ ਵੀ ਸ਼ਾਮਲ ਕਰਵਾਇਆ ਗਿਆ। 12ਵੀਂ ਪਾਸ ਹੋਣ ਤੋਂ ਬਾਅਦ ਜਿਹੜਾ ਵਿਦਿਆਰਥੀ ਨੈਸ਼ਨਲ ਲੈਵਲ ਖੇਡਿਆ ਹੁੰਦਾ ਹੈ ਉਸ ਦੇ 25 ਨੰਬਰ ਜੁੜਦੇ ਹਨ ਅਤੇ ਜਿਹੜਾ ਵਿਦਿਆਰਥੀ ਸਟੇਟ ਲੈਵਲ ਖੇਡਿਆ ਹੁੰਦਾ ਹੈ ਉਸ ਦੇ 15 ਨੰਬਰ ਜੁੜਦੇ ਹਨ। ਗੱਤਕਾ ਖੇਡਣ ਤੋਂ ਪਹਿਲਾਂ ਪੈਂਤੜਾ ਮਾਰਿਆ ਜਾਂਦਾ ਹੈ। ਇਹ ਪੈਂਤੜਾ ਸਰੀਰ ਦੇ ਵਿੱਚ ਜੋਸ਼ ਪੈਦਾ ਕਰਨ ਲਈ ਅਤੇ ਸ਼ਸਤਰਾਂ ਨੂੰ ਨਮਸਕਾਰ ਕਰਨ ਲਈ ਮਾਰਦੇ ਹਾਂ। ਜਦੋਂ ਕੋਈ ਵੀ ਖਿਡਾਰੀ ਖੇਡ ਖੇਡਣ ਲੱਗਦਾ ਹੈ ਸਭ ਤੋਂ ਪਹਿਲਾਂ ਉਹ ਵਾਰਮ ਅਪ ਹੁੰਦਾ ਹੈ। ਉਸੇ ਤਰੀਕੇ ਦੇ ਨਾਲ ਗੱਤਕੇ ਦੇ ਵਿੱਚ ਸਭ ਤੋਂ ਪਹਿਲਾਂ ਪੈਂਤੜਾ ਮਾਰਿਆ ਜਾਂਦਾ ਹੈ। ਆਪਣੇ ਆਪਣੇ ਪੈਂਤੜੇ ਹੁੰਦੇ ਹਨ। ਜਿਹੜਾ ਪੈਂਤੜਾ ਸੌਖੇ ਤਰੀਕੇ ਦੇ ਨਾਲ ਬੱਚਿਆਂ ਦੀ ਸਮਝ ਦੇ ਵਿੱਚ ਆ ਜਾਵੇ ਉਹ ਪੈਂਤੜਾ ਸਿਖਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਤੁਸੀਂ ਆਪਣੀ ਪੋਜੀਸ਼ਨ ਇਸ ਤਰੀਕੇ ਦੇ ਨਾਲ ਲਵੋ, ਖੱਬਾ ਪੈਰ ਅੱਗੇ ਸੱਜਾ ਪੈਰ ਪਿੱਛੇ। ਫਿਰ ਤੁਸੀਂ ਟੀ ਪੁਆਇੰਟ ਦੇ ਵਿੱਚ ਖੜ ਜਾਣਾ ਹੈ। ਪੁਆਇੰਟ ਵਿੱਚ ਖੜਨ ਤੋਂ ਬਾਅਦ ਤੁਸੀਂ ਇਹ ਸਟੈਪ ਲੈਣੇ ਹਨ। 1 2 3 4 5। ਤੁਸੀਂ ਫਿਰ ਉਸੇ ਪੋਜੀਸ਼ਨ ਦੇ ਵਿੱਚ ਵਾਪਸ ਚਲੇ ਜਾਣਾ ਹੈ। ਉਸ ਤੋਂ ਬਾਅਦ ਤੁਸੀਂ ਭੱਜ ਕੇ ਸ਼ਸਤਰਾਂ ਵੱਲ ਆਉਣਾ ਹੈ। ਜਦੋਂ ਤੁਸੀਂ ਸ਼ਸਤਰਾਂ ਦੇ ਕੋਲ ਥਾਪੀ ਮਾਰ ਕੇ ਬੈਠ ਜਾਂਦੇ ਹੋ ਤਾਂ ਤੁਸੀਂ ਉਸੇ ਪੋਜੀਸ਼ਨ ਦੇ ਵਿੱਚ ਜੰਪ ਇਸ ਤਰੀਕੇ ਨਾਲ ਲੈਣੇ ਹਨ। ਤੁਹਾਡਾ ਪਹਿਲਾ ਪੈਂਤੜਾ ਇਸ ਤਰੀਕੇ ਦਾ ਹੋ ਜਾਵੇਗਾ। ਦੂਜੇ ਪੈਂਤੜੇ ਦੇ ਲਈ ਤੁਸੀਂ ਇੱਕ ਪੈਰ ਦੇ ਉੱਪਰ ਪੰਜਿਆਂ ਦੇ ਭਾਰ 2 ਜੰਪ ਕਰਨੇ ਹਨ। ਉਸ ਤੋਂ ਬਾਅਦ ਤੁਸੀਂ ਬਾਹਾਂ ਇਸ ਤਰੀਕੇ ਨਾਲ ਖੋਲ੍ਹ ਲੈਣੀਆਂ ਹਨ ਅਤੇ ਵੱਖ-ਵੱਖ ਸਟੈਪਾਂ ਦੇ ਵਿੱਚ ਲੈ ਕੇ ਜਾਣੀਆਂ ਹਨ। ਜਿਸ ਤਰ੍ਹਾਂ ਨਾਗ ਮਿਲਦਾ ਹੈ ਤੁਸੀਂ ਉਸੇ ਤਰੀਕੇ ਦੇ ਵਿੱਚ ਘੋੜ ਚਾਲ ਲੈ ਕੇ ਇਸ ਤਰੀਕੇ ਦੇ ਨਾਲ ਚੱਲਣਾ ਹੈ। ਸ਼ਸਤਰਾਂ ਦੇ ਕੋਲ ਪਹੁੰਚਣ ਤੋਂ ਬਾਅਦ ਤੁਸੀਂ ਜੰਪ ਇਸ ਤਰੀਕੇ ਦੇ ਨਾਲ ਲੈਣਾ ਹੈ ਅਤੇ 3 ਜੰਪ ਕਰਕੇ ਪਿੱਛੇ ਚਲੇ ਜਾਣਾ ਹੈ ਤੇ ਤੁਹਾਡਾ ਸੱਜਾ ਹੱਥ ਸ਼ਸਤਰਾਂ ਵੱਲ ਰਹਿਣਾ ਚਾਹੀਦਾ ਹੈ। ਜਦੋਂ ਤੁਸੀਂ ਦੋਵੇਂ ਸਟੈਪਾਂ ਦੀ ਚੰਗੇ ਤਰੀਕੇ ਦੇ ਨਾਲ ਪ੍ਰੈਕਟਿਸ ਕਰ ਲਓਗੇ ਤਾਂ ਤੁਸੀਂ ਨਾਗ ਦੇ ਵਾਂਗ ਘੋੜ ਚਾਲ ਦੇ ਵਿੱਚ ਇਸ ਤਰੀਕੇ ਦੇ ਨਾਲ ਸ਼ਸਤਰਾਂ ਵਾਲੀ ਸਾਈਡ ਆਉਣਾ ਹੈ ਅਤੇ ਫਿਰ 3 ਜੰਪ ਲੈ ਕੇ ਪਿੱਛੇ ਜਾਣਾ ਹੈ। ਤੀਸਰੇ ਪੈਂਤੜੇ ਦੇ ਵਿੱਚ ਤੁਸੀਂ ਦੋਵੇਂ ਹੱਥ ਇਸ ਤਰੀਕੇ ਦੇ ਨਾਲ ਕਰ ਲੈਣੇ ਹਨ
ਅਤੇ ਇੱਕ ਪੈਰ ਦੇ ਉੱਪਰ 2 ਜੰਪ ਉਸੇ ਤਰੀਕੇ ਕਰਨੇ ਹਨ ਜਿਵੇਂ ਤੁਹਾਨੂੰ ਪਹਿਲਾਂ ਦੂਜੇ ਪੈਦਰੇ ਦੇ ਵਿੱਚ ਦੱਸਿਆ ਗਿਆ ਸੀ। ਫਿਰ ਤੁਸੀਂ ਇੱਕ ਪੈਰ ਦੇ ਉੱਪਰ 2 ਜੰਪ ਕਰਕੇ ਫਰੰਟ ਸਾਈਡ ਨੂੰ ਆਉਣਾ ਹੈ ਅਤੇ ਜੰਪ ਕਰਕੇ ਵਾਪਸ 3 ਸਟੈਪ ਲੈ ਕੇ ਪਿੱਛੇ ਚਲੇ ਜਾਣਾ ਹੈ। ਸਭ ਤੋਂ ਪਹਿਲਾਂ ਤੁਸੀਂ ਇਸ ਤਰੀਕੇ ਦੇ ਨਾਲ ਕ੍ਰਾਸਿੰਗ ਲਾਈਨ ਬਣਾ ਲੈਣੀ ਹੈ ਪਲੱਸ ਪੁਆਇੰਟ ਦੇ ਵਿੱਚ। ਫਿਰ ਤੁਸੀਂ 1 ਤੋਂ ਲੈ ਕੇ 4 ਤੱਕ ਗਿਣਤੀ ਇਸ ਤਰੀਕੇ ਨਾਲ ਲਿਖਣੀ ਹੈ। ਤੁਸੀਂ ਸਿੱਖਣ ਦੇ ਲਈ ਡਿਜ਼ਾਈਨ ਇਸ ਤਰੀਕੇ ਦੇ ਨਾਲ ਬਣਾ ਲੈਣਾ ਹੈ। ਫਿਰ ਤੁਸੀਂ ਉਸ ਸਟੈਪ ਦੀ ਪ੍ਰੈਕਟਿਸ ਇਸ ਤਰੀਕੇ ਦੇ ਨਾਲ ਕਰਨੀ ਸ਼ੁਰੂ ਕਰਨੀ ਹੈ। 1 2 4 3 1 1 2 4 3 1। ਫਿਰ ਤੁਸੀਂ ਉਸ ਡਰਾਇੰਗ ਨੂੰ ਆਪਣੇ ਦਿਮਾਗ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਫਿੱਟ ਕਰਕੇ ਇਸ ਤਰੀਕੇ ਦੇ ਨਾਲ ਉਸ ਦੀ ਲਗਾਤਾਰ ਪ੍ਰੈਕਟਿਸ ਕਰਨੀ ਹੈ। ਜਿਹੜਾ ਤੁਹਾਡਾ ਪੈਰ ਅੱਗੇ ਜਾਂਦਾ ਹੈ ਤੁਸੀਂ ਉਸ ਨੂੰ ਮੁੱਖ ਰੱਖ ਕੇ ਦੋਵੇਂ ਬਾਹਾਂ ਆਪਣੀਆਂ ਫਰੰਟ ਸਾਈਡ ਨੂੰ ਕੱਢਣੀਆਂ ਹਨ। ਤੁਸੀਂ ਇਸ ਪੈਂਦਰੇ ਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨੀ ਹੈ ਕਿਉਂਕਿ ਗੱਤਕੇ ਦੇ ਵਿੱਚ ਕਈ ਗੇਮਾਂ ਸਿੱਖਣ ਲਈ ਇਸ ਪੈਂਦਰੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਤੁਸੀਂ ਉਸੇ ਤਰੀਕੇ ਦੇ ਨਾਲ ਇਹ ਸਟੈਪ ਫਰੰਟ ਸਾਈਡ ਨੂੰ ਸ਼ਸਤਰਾਂ ਵੱਲ ਮੂੰਹ ਕਰਕੇ ਲੈ ਕੇ ਆਉਣਾ ਹੈ। ਜਦੋਂ ਤੁਸੀਂ ਚਾਰੋਂ ਸਟੈਪਾਂ ਦੀ ਚੰਗੇ ਤਰੀਕੇ ਦੇ ਨਾਲ ਪ੍ਰੈਕਟਿਸ ਕਰ ਲਓਗੇ ਤਾਂ ਉਹ ਚਾਰੋਂ ਪੈਂਦੇ ਤੁਹਾਡੇ ਪੂਰੀ ਚੁਸਤੀ ਅਤੇ ਫੁਰਤੀ ਦੇ ਨਾਲ ਇਸ ਤਰ੍ਹਾਂ ਦੇ ਹੋ ਜਾਣਗੇ। ਜਦੋਂ ਤੁਸੀਂ ਇਹ ਚਾਰੋਂ ਸਟੈਪ ਕਰਦੇ ਹੋ ਤਾਂ ਤੁਸੀਂ ਉਹ ਬਿਲਕੁਲ ਕੰਟੀਨਿਊ ਰੱਖਣੇ ਹਨ। ਤੁਸੀਂ 4 ਪੈਰ ਘੁਰੇ ਦੇ ਵਿੱਚ ਪੂਰੀ ਚੁਸਤੀ ਅਤੇ ਫੁਰਤੀ ਦੇ ਨਾਲ ਫਰੰਟ ਸਾਈਡ ਨੂੰ ਆਉਣਾ ਹੈ ਅਤੇ ਫਿਰ ਸ਼ਸਤਰਾਂ ਦੇ ਕੋਲ ਜਾ ਕੇ ਜੰਪ ਕਰਨ ਤੋਂ ਬਾਅਦ 3 ਜੰਪ ਲੈ ਕੇ ਬਾਈਕ ਉਸੇ ਪੋਜੀਸ਼ਨ ਦੇ ਵਿੱਚ ਚਲੇ ਜਾਣਾ ਹੈ। ਇਹ ਸਨ ਤੁਹਾਡੇ ਅੱਜ ਦੇ ਪੈਂਤਰੇ। ਤੁਸੀਂ ਇਹਨਾਂ ਪੈਂਤਰਿਆਂ ਦੀ ਚੰਗੇ ਤਰੀਕੇ ਦੇ ਨਾਲ ਪ੍ਰੈਕਟਿਸ ਕਰਦੇ ਰਹਿਣਾ ਹੈ। ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਇਹ ਲੈਸਨ ਚੰਗੇ ਤਰੀਕੇ ਦੇ ਨਾਲ ਸਮਝ ਆ ਗਿਆ ਹੋਵੇਗਾ। ਜਲਦੀ ਹੀ ਅਸੀਂ ਇੱਕ ਨਵਾਂ ਲੈਸਨ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ।